ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਬੀਜੇਪੀ ਦੇ ਇੱਕ ਲੀਡਰ, ਵਿਵਾਦਤ ਲੀਡਰ ਦਾ ਇੱਕ ਬਿਆਨ ਬੜਾ ਚਰਚਾ ਦੇ ਵਿੱਚ ਹੈ, ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ। ਇਸ ਬਿਆਨ ਦੇ ਵਿੱਚ ਬੀਜੇਪੀ ਦਾ ਇਹ ਹੰਕਾਰਾ ਲੀਡਰ, ਹੰਕਾਰੀ ਪ੍ਰਵਿਰਤੀ ਦਾ ਇਹ ਲੀਡਰ ਕਿਸਾਨਾਂ ਨੂੰ ਕੁੱਤੇ ਦੇ ਨਾਲ ਕੰਪੇਅਰ ਕਰ ਰਿਹਾ, ਯਾਨੀ ਕਿ ਕਿਸਾਨਾਂ ਦੀ ਤੁਲਨਾ ਕੁੱਤੇ ਦੇ ਨਾਲ ਕਰ ਰਿਹਾ। ਤੇ ਸ਼ਰਮ ਦੀ ਗੱਲ ਇਹ ਹੈ ਖਾਸ ਤੌਰ ਤੇ ਇਹਦੇ ਲਈ ਕਿ ਇਹ ਜਦੋਂ ਬਿਆਨ ਦੇ ਕੇ ਹਟਦਾ ਤਾਂ ਇਹਦੇ ਬਿਆਨ ਤੇ ਤਾੜੀਆਂ ਵੱਜਦੀਆਂ ਨੇ। ਗੱਲਬਾਤ ਕਰਾਂਗੇ ਅਜੇ ਮਿਸ਼ਰਾ ਟੋਨੀ ਦੇ ਬਾਰੇ। ਅਜੇ ਮਿਸ਼ਰਾ ਟੋਨੀ ਬੀਜੇਪੀ ਦਾ ਉਹ ਬੇਲਗਾਮ ਤੇ ਨਾਲੋਂ ਨਾਲ ਬਦਕਲਾਮ ਬੰਦਾ ਹੈ, ਬਦਕਲਾਮ ਮੰਤਰੀ ਹੈ, ਜਿਹੜੇ ਮੰਤਰੀ ਨੂੰ ਬੀਜੇਪੀ ਨੇ ਲਖੀਮਪੁਰ ਖੀਰੀ ਕਾਂਡ ਵਾਪਰਨ ਤੋਂ ਬਾਅਦ ਵੀ ਬਰਖਾਸਤ ਨਹੀਂ ਕੀਤਾ। ਅਜੇ ਮਿਸ਼ਰਾ ਟੋਨੀ ਨੂੰ ਕੈਬਨਿਟ ਦੇ ਵਿੱਚ ਰੱਖਣਾ, ਅਜੇ ਮਿਸ਼ਰਾ ਟੋਨੀ ਨੂੰ ਨਾਲ ਰੱਖਣਾ ਬੀਜੇਪੀ ਦੀ ਕੀ ਮਜਬੂਰੀ ਹੈ, ਉਹ ਤਾਂ ਉਹੀ ਦੱਸ ਸਕਦੇ ਨੇ। ਪਰ ਤੁਸੀਂ ਦੇਖੋ ਕਿ ਸਿਤਮ ਜ਼ਰੀਫੀ ਕੀ ਹੈ। ਉਹ ਇਹ ਹੈ ਕਿ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਲੋਕ ਸਭਾ ਦੇ ਵਿੱਚ ਖੜ੍ਹ ਕੇ ਹੱਕ ਮੰਗਣ ਵਾਲੇ ਲੋਕਾਂ ਨੂੰ ਅੰਦੋਲਨ ਜੀਵੀ ਕਵੇ ਜਾਂ ਉਹਨਾਂ ਨੂੰ ਹੋਰ ਜੀਵੀ ਕਵੇ, ਤਾਂ ਇਸ ਤੋਂ ਜ਼ਿਆਦਾ ਸ਼ਰਮਨਾਕ ਗੱਲ ਪ੍ਰਧਾਨ ਮੰਤਰੀ ਲਈ ਜਾਂ ਫਿਰ ਦੇਸ਼ ਦੇ ਲਈ ਕੀ ਹੈ। ਨਾਅਰਾ ਦਿੱਤਾ ਗਿਆ ਸੀ ਜੈ ਜਵਾਨ ਜੈ ਕਿਸਾਨ। ਕਿਸਾਨ ਦੀ ਤੁਲਨਾ ਜੀਵੀਆਂ ਦੇ ਨਾਲ ਕਰਨ ਵਾਲੇ ਲੋਕਾਂ ਨੂੰ ਕੀ ਕਿਹਾ ਜਾਵੇ। ਇਹ ਦੇਸ਼ ਦਾ ਅਪਮਾਨ ਹੈ, ਦੇਸ਼ ਦੇ ਅੰਨ ਦਾ ਅਪਮਾਨ ਹੈ, ਦੇਸ਼ ਦੇ ਕਿਸਾਨ ਦਾ ਅਪਮਾਨ ਹੈ। ਦਰਅਸਲ ਬੀਜੇਪੀ ਦਾ ਇਹ ਵਿਵਾਦਤ ਲੀਡਰ ਆਪਣੀ ਇੱਕ ਸਭਾ ਨੂੰ ਸੰਬੋਧਨ ਕਰ ਰਿਹਾ ਸੀ। ਉਸ ਸਭਾ ਦੇ ਵਿੱਚ ਇਹ ਗੱਲ ਕਹਿੰਦਾ ਹੈ ਜਦੋਂ ਉਹ ਲੋਕਾਂ ਤੋਂ ਸਮਰਥਨ ਦੀ ਮੰਗ ਕਰਦਾ ਹੈ। ਇਹ ਕਹਿੰਦਾ ਕਿ ਜਿੰਨੇ ਮਰਜ਼ੀ ਟਕੈਤ ਵਕੈਤ ਆਈ ਜਾਣ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਤੇ ਨਾਲ ਹੀ ਉਹ ਕਹਿੰਦਾ ਕਿ ਕਈ ਵਾਰ ਜਦੋਂ ਉਹ ਲਖਨਊ ਜਾਂਦਾ ਤਾਂ ਰਸਤੇ ਦੇ ਵਿੱਚ ਕੁੱਤੇ ਸੜਕ ਤੇ ਬੈਠੇ ਹੁੰਦੇ ਨੇ ਤੇ ਕਾਰ ਵੇਖ ਕੇ ਭੌਂਕਣ ਲੱਗ ਪੈਂਦੇ ਨੇ। ਕਈ ਵਾਰ ਗੱਡੀ ਦੀ ਤੇਜ਼ ਰਫ਼ਤਾਰ ਹੋਣ ਕਰਕੇ ਮਾਰੇ ਵੀ ਜਾਂਦੇ ਨੇ, ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਇਸ ਹੰਕਾਰੇ ਲੀਡਰ ਦੀ, ਬੀਜੇਪੀ ਦੇ ਲੀਡਰ ਦੀ, ਜਿਹੜਾ ਕਿ ਬੜਾ ਬਦਕਲਾਮ ਲੀਡਰ ਹੈ ਔਰ ਬੜਾ ਬਦਤਮੀਜ਼ ਬੰਦਾ ਹੈ, ਜਿਹੜਾ ਬਦਤਮੀਜ਼ੀ ਕਰਦਾ ਪੱਤਰਕਾਰਾਂ ਨਾਲ, ਮਾफ़ ਕਰਨਾ। ਔਰ ਇਹ ਕਹਿ ਰਿਹਾ ਕਿ ਜਦੋਂ ਉਹ ਲਖਨਊ ਜਾਂਦਾ ਤਾਂ ਕੁੱਤੇ ਉਹਦੀ ਗੱਡੀ ਦੇ ਮਗਰ ਭੌਂਕਦੇ ਨੇ। ਯਾਨੀ ਕਿ ਇਹ ਕਿਸਾਨਾਂ ਦੀ ਚਰਚਾ ਛੇੜ ਕੇ ਉਸ ਤੋਂ ਬਾਅਦ ਕੁੱਤਿਆਂ ਦੀ ਤੇ ਗੱਡੀ ਦੀ ਗੱਲ ਕਰਦਾ ਤੇ ਤੁਲਨਾ ਕਰਦਾ ਕਿਸਾਨਾਂ ਦੀ ਗੱਡੀ ਕੁੱਤਿਆਂ ਦੇ ਨਾਲ। ਸੋ ਇਹਦੀ ਜਿਹੜਾ ਭਾਸ਼ਣ ਹੈ ਲਗਾਤਾਰ ਵਾਇਰਲ ਹੋ ਰਿਹਾ ਵਾ। ਤੇ ਇਸ ਬੰਦੇ ਨੇ ਪਹਿਲਾਂ ਵੀ ਭਾਸ਼ਣ ਦਿੱਤਾ ਸੀ ਜਦੋਂ ਲਖੀਮਪੁਰ ਖੀਰੀ ਕਾਂਡ ਵਾਪਰਨ ਤੋਂ ਪਹਿਲਾਂ। ਇਹ ਪਤਾ ਆਪਣੇ ਭਾਸ਼ਣ ਦੇ ਵਿੱਚ ਕੀ ਕਹਿ ਰਿਹਾ ਸੀ ਕਿ ਜਿਹੜੇ ਲੋਕ ਅੱਜ ਵਿਰੋਧ ਕਰ ਰਹੇ ਨੇ ਉਹ ਜਾਣ ਲੈਣ ਕਿ ਮੈਂ ਕੌਣ ਹੈ, ਮੈਨੂੰ ਸਭ ਨੂੰ ਸੁਧਾਰਨਾ ਆਉਂਦਾ, ਉਹ ਸੁਧਰ ਜਾਣ, ਨਹੀਂ ਤਾਂ 2 ਮਿੰਟਾਂ 'ਚ ਸੁਧਾਰ ਦਿਆਂਗਾ। ਬਾਅਦ ਦੇ ਵਿੱਚ ਉਹਦੇ ਮੁੰਡੇ ਨੇ ਲਖੀਮਪੁਰ ਖੀਰੀ ਵਰਗੀ ਘਟਨਾ ਨੂੰ ਅੰਜਾਮ ਦਿੱਤਾ, ਜਿਹਦੇ ਵਿੱਚ 5 ਕਿਸਾਨ ਦਰੜ ਕੇ ਮਾਰ ਦਿੱਤੇ, 3 ਜਾਣੇ ਹੋਰ ਭੜਕੀ ਹਿੰਸਾ ਦੇ ਵਿੱਚ ਮਾਰੇ ਗਏ, ਜਿਹਦੇ ਵਿੱਚ ਇੱਕ ਪੱਤਰਕਾਰ ਤੇ ਇੱਕ ਬੀਜੇਪੀ ਦਾ ਬੰਦਾ ਵੀ ਮਾਰਿਆ ਗਿਆ। ਕੁੱਲ 8 ਜਾਣੇ ਮਾਰੇ ਗਏ ਸਨ। ਹੁਣ ਜੇਕਰ ਇਹ ਮੰਤਰੀ ਨੇ ਕਿਹਾ ਹੈ ਕਿ ਲੋਕ ਮੇਰਾ ਪਿਛੋਕੜ ਨਹੀਂ ਜਾਣਦੇ ਜਿਹੜੇ ਵਿਰੋਧ ਕਰ ਰਹੇ ਨੇ, ਤਾਂ ਇਹ ਲਾਲਸਾ ਜਾਗੀ, ਇਹ ਇੱਛਾ ਜਾਗੀ ਕਿ ਇਸ ਮੰਤਰੀ ਦਾ ਪਿਛੋਕੜ ਕੀ ਹੈ ਜਿਹਦੇ ਤੇ ਇੰਨਾ ਮਾਣ ਕਰਦਾ ਹੈ। ਇਸ ਮੰਤਰੀ ਦਾ ਪਿਛੋਕੜ ਦੱਸਦੇ ਹਾਂ ਤੁਹਾਨੂੰ। ਇਸ ਮੰਤਰੀ ਦਾ ਪਿਛੋਕੜ ਹੈ 30 ਸਾਲ ਪਹਿਲਾਂ ਅਜੇ ਮਿਸ਼ਰਾ ਟੋਨੀ ਬੀਜੇਪੀ ਦੇ ਗ੍ਰਹਿ ਰਾਜ ਮੰਤਰੀ ਤੇ 1990 ਦੇ ਵਿੱਚ ਪਹਿਲੀ ਵਾਰ ਅਪਰਾਧਿਕ ਮਾਮਲਾ ਦਰਜ ਹੋਇਆ ਸੀ। ਅੱਜ ਤੋਂ ਤਕਰੀਬਨ 25 ਸਾਲ ਪਹਿਲਾਂ ਯਾਨੀ ਕਿ 1996 ਦੇ ਵਿੱਚ ਟੈਨੀ ਨੂੰ ਹਿਸਟਰੀ ਸ਼ੀਟਰ ਐਲਾਨਿਆ ਗਿਆ ਸੀ, ਪਰ ਬਾਅਦ ਦੇ ਵਿੱਚ ਉਹ ਮਾਮਲਾ ਰੱਦ ਹੋ ਗਿਆ ਸੀ। ਸਾਲ 2000 ਦੇ ਵਿੱਚ ਲਖੀਮਪੁਰ ਖੀਰੀ ਦੇ ਤਿਕੋਣੀਆਂ ਦੇ ਵਿੱਚ 24 ਸਾਲ ਦੇ ਨੌਜਵਾਨ ਪ੍ਰਭਾਤ ਗੁਪਤਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਉਸ ਮਾਮਲੇ ਦੇ ਵਿੱਚ ਟੈਨੀ ਤੇ ਅਜੇ ਮਿਸ਼ਰਾ ਟੈਨੀ ਤੇ FIR ਸੀ ਬਾਈ ਨੇਮ। ਤੇ ਇਹ ਮਾਮਲਾ ਹਾਲੇ ਵੀ ਇਲਾਹਾਬਾਦ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ। ਬੀਜੇਪੀ ਦੇ ਇਸ ਹੰਕਾਰੀ ਮੰਤਰੀ ਨੂੰ ਜਦੋਂ ਇੱਕ ਵਾਰੀ ਪੇਸ਼ੀ ਤੇ ਆਉਣ ਵੇਲੇ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਤਾਂ ਉਦੋਂ ਇਹਨੇ ਪੱਤਰਕਾਰ ਦੇ ਨਾਲ ਬਦਸਲੂਕੀ ਜਿਹੜੀ ਆ ਉਹ ਕੀਤੀ ਸੀ। ਇਸ ਬੰਦੇ ਦੀ ਹਿਸਟਰੀ ਇਹ ਹੈ ਕਿ ਇਹਦੇ ਤੇ 302 ਦਾ ਵੀ ਮਾਮਲਾ ਦਰਜ ਹੈ, ਇਹਦੇ ਤੇ ਕਈ ਹੋਰ ਸੰਗੀਨ ਧਾਰਾਵਾਂ ਲੱਗੀਆਂ ਨੇ। ਕਿ ਇਹ ਇਹਦਾ ਪਿਛੋਕੜ ਜੀ ਤੇ ਮਾਣ ਕਰਦਾ। ਜਿਹੜੇ ਲੋਕ ਹੱਕ ਮੰਗਣ ਵਾਲੇ ਲੋਕਾਂ ਦੀ ਤੁਲਨਾ ਕੁੱਤੇ ਦੇ ਨਾਲ ਕਰਦੇ ਆ, ਤੇ ਜਿਹੜੇ ਫਿਰ ਹੱਕ ਮੰਗਣ ਵਾਲਿਆਂ ਨੂੰ ਲੋਕ ਕੋਈ ਜੀਵੀ ਕਹਿੰਦਾ, ਕੁਛ ਕਹਿੰਦਾ, ਤੇ ਫਿਰ ਉਹਦੀ ਤੁਲਨਾ ਕਿਹਦੇ ਨਾਲ ਕੀਤੀ ਜਾਵੇ। ਕਿਸਾਨ ਇੱਕ ਹਾਥੀ ਹੈ ਤੇ ਜਦੋਂ ਹਾਥੀ ਚੱਲਦਾ ਪਤਾ ਕੌਣ ਭੌਂਕਦੇ ਹੁੰਦੇ ਆ। ਸੋ ਅਸੀਂ ਕਿਸਾਨ ਨੂੰ ਹਾਥੀ ਕਹਾਂਗੇ। ਸੋ ਇਹ ਬੀਜੇਪੀ ਦੇ ਵਿੱਚ ਇਹ ਪਹਿਲਾ ਮਸਲਾ ਨਹੀਂ। ਅਸਲ ਦੇ ਵਿੱਚ ਕਿਸਾਨਾਂ ਦੀ ਯਾਦਾਸ਼ਤ ਥੋੜ੍ਹੀ ਕਮਜ਼ੋਰ ਹੋਣੀ, ਤੁਹਾਨੂੰ ਦੱਸ ਦਿੰਦੇ ਹਾਂ। ਜਦੋਂ CAA ਦਾ ਵਿਰੋਧ ਕੀਤਾ ਜਾ ਰਿਹਾ ਸੀ, ਨਾਗਰਿਕਤਾ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਸੀ, ਤਾਂ ਉਦੋਂ ਬੀਜੇਪੀ ਦੇ ਹੀ ਅਨੁਰਾਗ ਠਾਕੁਰ ਨੇ ਸਟੇਜ ਤੋਂ ਨਾਅਰਾ ਲਾਇਆ ਸੀ, ਦੇਸ਼ ਕੇ ਗੱਦਾरों को ਗੋਲੀ ਮਾਰੋ ਡੈਸ਼ ਡੈਸ਼ ਕੋ। ਅਨੁਰਾਗ ਠਾਕੁਰ ਜੀ ਦੇਸ਼ ਦੇ ਗੱਦਾਰ ਕੌਣ ਹੈ? ਅੰਗਰੇਜ਼ਾਂ ਦੀਆਂ ਮਿਹਨਤਾਂ ਕਰਨ ਵਾਲੇ,
ਜਾਂ ਫਿਰ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਵਾਲੇ? ਦੇਸ਼ ਦੇ ਗੱਦਾਰ ਕੌਣ ਆ? ਕਾਲੇ ਪਾਣੀ ਦੇ ਵਿੱਚੋਂ ਜੇਲ੍ਹਾਂ ਦੇ ਵਿੱਚ ਮਾਫੀਆਂ ਮੰਗਣ ਵਾਲੇ ਜਾਂ ਫਿਰ ਫਾਂਸੀਆਂ ਤੇ ਚੜ੍ਹਨ ਵਾਲੇ? ਦੇਸ਼ ਦੇ ਗੱਦਾਰ ਕੌਣ ਹੈ? ਅੰਗਰੇਜ਼ਾਂ ਦੇ ਪਿੱਠੂ, ਅੰਗਰੇਜ਼ਾਂ ਦੇ ਗੁਲਾਮ, ਅੰਗਰੇਜ਼ਾਂ ਦੇ ਲਈ ਜਿਹੜੀ ਫੌਜ ਤਿਆਰ ਕਰਨ ਵਾਲੇ? ਕੌਣ ਬੰਦਾ ਸੀ ਜਿਹਨੇ ਕਿਹਾ ਸੀ ਕਿ ਅੰਗਰੇਜ਼ਾਂ ਨੂੰ ਮੈਂ ਇੱਕ ਸ਼ਸਤਰਧਾਰੀ ਫੌਜ ਦੇਵਾਂਗਾ, ਨਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ? ਕੌਣ ਸੀ ਉਹ ਬੰਦਾ? ਝਾਤ ਮਾਰੋ, ਤੁਹਾਡੀ ਆਈਡੀਓਲੋਜੀ 'ਚੋਂ ਮਿਲੂਗਾ। ਸੋ ਇਹ ਲੋਕ ਦੱਸਣਗੇ ਕਿ ਦੇਸ਼ ਦਾ ਗੱਦਾਰ ਕੌਣ ਆ। ਦੇਸ਼ ਦਾ ਗੱਦਾਰ ਉਹ ਵੀ ਹੈ ਜਿਹਦੇ ਰਾਜ ਦੇ ਵਿੱਚ ਪੁਲਵਾਮਾ ਵਰਗਾ ਅਟੈਕ ਹੋ ਸਕਦਾ ਹੈ। ਦੇਸ਼ ਦਾ ਗੱਦਾਰ ਤਾਂ ਫਿਰ ਉਹ ਵੀ ਹੈ ਜਿਹਦੇ ਰਾਜ ਦੇ ਵਿੱਚ, ਜਿਹਦੇ ਰਾਜ ਭਾਗ ਦੇ ਵਿੱਚ ਬਿਲਕਿਸ ਬਾਨੋ ਵਰਗੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਦੇ ਬਲਾਤਕਾਰ ਹੁੰਦੇ ਨੇ, ਔਰ ਦੂਜੇ ਪਾਸੇ ਉਲਟਾ ਚੋਰ ਕੋਤਵਾਲ ਕੋ ਡਾਂਟੇ। ਉਹ ਗੱਲ ਹੈ ਕਿ ਦੂਜੇ ਪਾਸੇ ਉਹਦੇ ਜਿਹੜੇ ਦੋਸ਼ੀ ਆ ਉਸ ਮਾਮਲੇ 'ਤੇ 11, ਔਰ ਉਹਨਾਂ ਨੂੰ ਰਿਹਾ ਕੀਤਾ ਗਿਆ 15 ਅਗਸਤ 'ਤੇ। ਔਰ ਸੇਮ ਡੇ ਪ੍ਰਧਾਨ ਮੰਤਰੀ ਸਾਹਿਬ ਭਾਸ਼ਣ ਦੇ ਵਿੱਚ ਗਲਾ ਫਾੜ ਕੇ ਕਹਿ ਰਹੇ ਸੀਗੇ ਕਿ ਔਰਤਾਂ ਦਾ ਸਸ਼ਕਤੀਕਰਨ ਹੋਣਾ ਚਾਹੀਦਾ ਹੈ, ਕਿ ਬਲਾਤਕਾਰ ਦੇ ਦੋਸ਼ੀਆਂ ਨੂੰ ਰਿਹਾ ਕਰਕੇ ਸਸ਼ਕਤੀਕਰਨ ਕਰੋਗੇ ਲੋਕਾਂ ਦਾ। ਔਰ ਅਜੇ ਮਿਸ਼ਰਾ ਟੈਨੀ ਜਿਹੜਾ ਕਹਿੰਦਾ ਕਿ ਮੇਰੇ ਪਿਛੋਕੜ ਦਾ ਨਹੀਂ ਪਤਾ, ਮੈਂ 2 ਮਿੰਟਾਂ 'ਚ ਸੁਧਾਰ ਦੇਵਾਂਗਾ। ਟੈਨੀ ਜੀ, ਇੱਥੇ ਲੋਕ ਜਿਹੜੇ ਨੇ ਉਹ ਇੱਕ ਖਾਸ ਏਜੰਡੇ 'ਤੇ ਵੋਟ ਕਰਦੇ ਆ, ਨਹੀਂ ਤੁਹਾਡੇ ਵਰਗੇ ਬੰਦਿਆਂ ਦੀ ਜਿਹੜੀ ਥਾਂ ਉਹ ਜੇਲ੍ਹ ਦੇ ਵਿੱਚ ਹੋਣੀ ਚਾਹੀਦੀ ਹੈ। ਕਿ ਬੀਜੇਪੀ ਦੇ ਵਿੱਚ ਇੱਕ ਵੀ ਗੈਰਤਮੰਦ ਬੰਦਾ ਨਹੀਂ ਹੈ ਜਿਹੜਾ ਕਹਿੰਦਾ ਹੋਵੇ ਕਿ ਯਾਰ ਲੋਕਾਂ ਨੂੰ, ਆਮ ਸਧਾਰਨ ਲੋਕਾਂ ਨੂੰ ਇਹ ਭਾਸ਼ਾ ਵਰਤਣ ਵਾਲਾ ਬੰਦਾ ਬੀਜੇਪੀ ਦੇ ਵਿੱਚ ਨਹੀਂ ਹੋਣਾ ਚਾਹੀਦਾ। ਬੀਜੇਪੀ ਦੀ ਮਜਬੂਰੀ ਇਹ ਹੈ ਕਿ ਜਿਹੜੇ ਇਹ ਇਲਾਕੇ 'ਚ ਆਉਂਦਾ ਉੱਥੇ 42 ਸੀਟਾਂ ਨੇ, ਅਤੇ 42 ਦੇ ਵਿੱਚੋਂ 37 ਸੀਟਾਂ ਪਿਛਲੀ ਵਾਰ ਬੀਜੇਪੀ ਜਿੱਤੀ ਸੀ ਜਦੋਂ ਸਰਕਾਰ ਬਣੀ ਸੀ। 2012 ਦੇ ਵਿੱਚ ਅਖਿਲੇਸ਼ ਯਾਦਵ ਉੱਥੋਂ ਜਿੱਤਿਆ ਸੀ, 25 ਸੀਟਾਂ ਜਿੱਤਿਆ ਸੀ। 2007 ਦੇ ਵਿੱਚ ਬਸਪਾ ਦੀ ਸਰਕਾਰ ਬਣੀ ਸੀ ਯੂਪੀ ਦੇ ਵਿੱਚ, ਅਤੇ ਉਸੇ ਇਲਾਕੇ ਦੇ ਵਿੱਚੋਂ ਉਹ 22 ਸੀਟਾਂ ਜਿੱਤੀ ਸੀ, ਜੇ ਮੈਂ ਗਲਤ ਨਾ ਹੋਵਾਂ। ਸੋ ਅਜੇ ਮਿਸ਼ਰਾ ਟੈਨੀ ਨੂੰ ਜਿੰਨੀਆਂ ਲਾਹਣਤਾਂ ਪਾਈਏ ਘੱਟ ਆ। ਉਹ ਦੇਸ਼ ਦਾ ਖਾ ਕੇ ਟੈਕਸ ਪੇਅਰਸ ਦੇ ਪੈਸੇ ਦੇ ਵਿੱਚੋਂ ਇਹ ਬੰਦਾ ਸੈਲਰੀ ਲੈਂਦਾ ਵਾ, ਇਹਨੂੰ ਸੁਰੱਖਿਆ ਮਿਲਦੀ ਆ, ਅਤੇ ਉਹ ਜਿਹੜੇ ਬੰਦੇ ਨੂੰ ਸੈਲਰੀ ਦਿੰਦੇ ਆ ਅਸਲ ਦੇ ਵਿੱਚ ਨੌਕਰ ਆ, ਜਿਹੜੇ ਬੰਦੇ ਨੂੰ ਸੈਲਰੀ ਦਿੰਦੇ ਉਹਨਾਂ ਦੀ ਤੁਲਨਾ ਕੁੱਤਿਆਂ ਦੇ ਨਾਲ ਕਰਦਾ ਵਾ। ਸੋ ਹੁਣ ਦੇਸ਼ ਦੇ ਅੰਨਦਾਤੇ ਦਾ ਅਪਮਾਨ ਕਰਨ ਵਾਲੇ ਦੇਸ਼ ਦਾ ਗੱਦਾਰ ਕਹੇ ਜਾਣਗੇ। ਅਜੇ ਮਿਸ਼ਰਾ ਟੈਨੀ ਨੂੰ ਟਵਿੱਟਰ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਜੋ ਵੀ ਟਰੈਂਡ ਕਰ ਰਿਹਾ ਟੈਗ, ਉਹ ਟੈਗ ਜ਼ਰੂਰ ਲਾਓ ਤਾਂ ਜੋ ਇਹਨੂੰ ਪਤਾ ਲੱਗ ਸਕੇ ਕਿ ਕਿਸਾਨਾਂ ਦੀ ਤੁਲਨਾ ਕਿਸੇ ਜਾਨਵਰ ਦੇ ਨਾਲ ਕੀਤੀ ਜਾ ਸਕਦੀ ਹੈ ਕਿ ਨਹੀਂ ਜਾ ਸਕਦੀ। ਸੋ ਪ੍ਰਧਾਨ ਮੰਤਰੀ ਸਾਹਿਬ ਮੂਹਰੇ ਵੀ ਕਈ ਸਵਾਲ ਨੇ, ਸਵਾਲ ਜ਼ਰੂਰ ਛੱਡਾਂਗੇ ਕਿ ਤੁਹਾਡੀਆਂ ਸਟੇਜਾਂ ਤੋਂ ਦੇਸ਼ ਕੇ ਗੱਦਾਰਾਂ ਕੋ ਨਾਅਰੇ ਲੱਗ ਰਹੇ ਨੇ। ਤੁਸੀਂ ਖੁਦ ਲੋਕ ਸਭਾ ਦੇ ਵਿੱਚ ਖੜ੍ਹ ਕੇ, ਪਵਿੱਤਰ ਸਥਾਨ ਦੇ ਵਿੱਚ ਖੜ੍ਹ ਕੇ ਅੰਦੋਲਨ ਜੀਵੀਆਂ ਨੂੰ ਪਰਜੀਵੀਆਂ ਦੇ ਨਾਲ ਤੁਲਨਾ ਕਰ ਰਹੇ ਹੋ। ਸਰਕਾਰ ਦੀ ਬੇਸ਼ਰਮੀ ਦਾ ਆਲਮ ਇਹ ਹੈ ਕਿ ਆਏ ਦਿਨ ਬੀਜੇਪੀ ਦਾ ਕੋਈ ਨਾ ਕੋਈ ਲੀਡਰ ਭੜਕਾਊ ਬਿਆਨ ਦੇ ਦਿੰਦਾ, ਔਰ ਲੀਡਰ ਕਿ ਜਿਹਨੂੰ ਘਰ ਦੇ ਵੀ ਨਹੀਂ ਵੋਟ ਪਾਉਂਦੇ ਉਹ ਵੀ ਹੈ ਵਿੱਚ ਇਸੇ ਕੈਟਾਗਰੀ ਦੇ ਵਿੱਚ, ਮੂੰਹ ਚੱਕ ਕੇ ਬਿਆਨ ਦੇਣ ਲੱਗ ਪੈਂਦਾ, ਖਾਸ ਕਰਕੇ ਘੱਟ ਗਿਣਤੀ ਭਾਈਚਾਰੇ ਦੇ ਵਿਰੁੱਧ ਜਾਂ ਹੋਰ ਜਿਹੜੇ ਦੇਸ਼ ਦੇ ਵਿੱਚ ਫੁੱਟ ਪਾਉਣ ਦਾ ਕੰਮ ਕਰਦੇ ਆ, ਭੜਕਾਉਣ ਦਾ ਕੰਮ ਕਰਦੇ ਆ। ਸੋ ਕੀ ਇਸ ਬੰਦੇ 'ਤੇ FIR ਨਹੀਂ ਦਰਜ ਹੋਣੀ ਚਾਹੀਦੀ ਧਮਕੀ ਦੇਣ ਦੀ, ਜਿਹੜਾ ਕਹਿੰਦਾ ਸੀ ਮੈਂ 2 ਦਿਨਾਂ 'ਚ ਸੁਧਾਰ ਦੂੰ, 2 ਮਿੰਟ 'ਚ ਸੁਧਾਰ ਦੂੰ, ਅਤੇ ਉਸ ਤੋਂ ਬਾਅਦ ਲਖੀਮਪੁਰ ਖੀਰੀ ਕਾਂਡ ਵਾਪਰਿਆ। ਇਹ ਬੰਦੇ ਨੇ ਪੂਰੀ ਵਾਹ ਲਾਈ ਕਿ ਮੇਰੇ ਮੁੰਡੇ ਨੂੰ, ਆਸ਼ੀਸ਼ ਮਿਸ਼ਰੇ ਨੂੰ ਕੋਈ ਤੱਤੀ ਵਾਹ ਨਾ ਲੱਗੇ, ਪਰ ਉਹ ਤਾਂ ਭਲਾ ਹੋਵੇ ਅਦਾਲਤ ਦਾ ਜਿਹਦੀ ਨਿਗਰਾਨੀ ਦੇ ਹੇਠ ਸਾਰਾ ਮਾਮਲਾ ਆਇਆ। ਅਤੇ ਉਸ ਤੋਂ ਬਾਅਦ SIT ਨੇ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਨੂੰ ਗਿਣ ਮਿੱਥ ਕੇ ਸਾਜ਼ਿਸ਼ ਦੇ ਤਹਿਤ ਅੰਜਾਮ ਦਿੱਤਾ ਗਿਆ, ਜਿਹਦੇ 'ਚ ਕਿਸਾਨਾਂ ਨੂੰ ਦਰੜ ਕੇ ਮਿੱਧ ਕੇ ਮਾਰਿਆ। ਕੈਬਨਿਟ ਮੰਤਰੀ, ਬੀਜੇਪੀ ਦੇ ਕੈਬਨਿਟ ਮੰਤਰੀ ਅਜੇ ਮਿਸ਼ਰਾ ਟੋਨੀ ਦੇ ਮੁੰਡੇ ਆਸ਼ੀਸ਼ ਮਿਸ਼ਰਾ 'ਤੇ ਇਹ ਦੋਸ਼ ਲੱਗਦੇ ਨੇ। ਸੋ ਮੋਦੀ ਸਾਹਿਬ ਨੂੰ ਵੀ ਚਾਹੀਦਾ ਹੈ ਕਿ ਸਟੇਜਾਂ ਤੋਂ ਮਰਿਆਦਾ ਦਾ ਪਾਠ ਪੜ੍ਹਾਉਣ ਤੋਂ ਪਹਿਲਾਂ, ਨਾਲੋਂ ਨਾਲ ਕਹਿ ਲਓ ਜਾਂ ਪਹਿਲਾਂ ਕਹਿ ਲਓ, ਆਪਣੇ ਮੰਤਰੀਆਂ ਸੰਤਰੀਆਂ ਨੂੰ ਵੀ ਥੋੜ੍ਹਾ ਜਿਹਾ ਮਰਿਆਦਾ ਦਾ ਪਾਠ ਪੜ੍ਹਾ ਦਿਆ ਕਰੋ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਤੁਹਾਡਾ ਸਾਰਿਆਂ ਦਾ